ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਡਿਜੀਟਲ ਪੇਮੈਂਟ। ਡਿਜੀਟਲ ਪੇਮੈਂਟ ਦਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮੀਨਿੰਗ ਕੀ ਆ। ਡਿਜੀਟਲ ਪੇਮੈਂਟ ਦਾ ਮਤਲਬ ਜਦੋਂ ਪੇਅਰ ਤੇ ਪਈ ਮਤਲਬ ਜਿੰਨੇ ਪੈਸੇ ਲੈਣੇ ਆ ਤੇ ਜਿੰਨੇ ਪੈਸੇ ਦੇਣੇ ਆ ਉਹ ਦੋਨੋਂ ਕੀ ਆ ਡਿਜੀਟਲ ਮੋਡ ਯੂਜ਼ ਕਰਦੇ ਪਏ ਆ। ਇਹਨੂੰ ਇਲੈਕਟ੍ਰੋਨਿਕ ਪੇਮੈਂਟ ਦਾ ਵੀ ਨੇਮ ਦਿੱਤਾ ਜਾਂਦਾ ਵਾ। Government of India has been taking several measures to promote and encourage digital payment in the country। ਜਿਹੜੀ ਗੌਰਮੈਂਟ ਹੈ ਇੰਡੀਆ ਦੀ ਇਹਨੇ ਬਹੁਤ ਸਾਰੇ ਮੈਜ਼ਰ ਕਰ ਰਹੀ ਆ ਕਿ ਅਸੀਂ ਪ੍ਰਮੋਟ ਕਰ ਸਕੀਏ, ਇਨਕਰੇਜ ਕਰ ਸਕੀਏ ਡਿਜੀਟਲ ਪੇਮੈਂਟ ਲਈ ਲੋਕਾਂ ਨੂੰ, ਕੰਟਰੀ ਦੇ ਵਿੱਚ ਆਪਣੀ ਡਿਜੀਟਲ ਪੇਮੈਂਟ ਮੈਥਡ ਯੂਜ਼ ਹੋਵੇ। ਸੋ ਜਿਹੜੇ ਡਿਜੀਟਲ ਪੇਮੈਂਟ ਮੈਥਡ ਆ ਇਹ ਬਹੁਤ ਈਜ਼ੀ ਵੇ ਆ, ਇਹ ਕਨਵੀਨੀਅੰਟ ਵੀ ਬਹੁਤ ਹੁੰਦਾ, ਇਹਨੂੰ ਆਪਾਂ ਬਹੁਤ ਸੌਖੇ ਤਰੀਕੇ ਨਾਲ ਵਰਤ ਸਕਦੇ ਹਾਂ। ਕਸਟਮਰ ਇਹਦੇ ਵਿੱਚ ਫਲੈਕਸੀਬਲ ਹੁੰਦਾ ਪੇਮੈਂਟ ਕਰਨ ਦੇ ਲਈ, ਕਿਸੇ ਵੀ ਟਾਈਮ ਕਿਤੋਂ ਵੀ ਉਹ ਪੇਮੈਂਟ ਕਰ ਸਕਦਾ ਵਾ। ਪੋਸਟ ਡਿਮੋਨਟਾਈਜੇਸ਼ਨ ਮਤਲਬ ਕਿ ਨੋਟਬੰਦੀ ਤੋਂ ਬਾਅਦ ਬਹੁਤ ਸਾਰੀਆਂ ਪ੍ਰੋਬਲਮਸ ਲੋਕਾਂ ਨੂੰ ਫੇਸ ਕਰਨੀਆਂ ਪਈਆਂ ਸੀ, ਬਟ ਹੌਲੀ ਹੌਲੀ ਲੋਕਾਂ ਨੇ ਇੰਬੈਰੈਂਸਿੰਗ ਜਿਹੜਾ ਫੀਲ ਕਰਦੇ ਸੀਗੇ ਡਿਜੀਟਲ ਪੇਮੈਂਟ ਕਰਨ ਦੇ ਲਈ, ਉਹ ਕੀ ਹੋ ਗਿਆ, ਘਟ ਗਿਆ। ਹੁਣ ਲੋਕ ਬਹੁਤ ਈਜ਼ੀ ਵੇ ਦੇ ਨਾਲ ਡਿਜੀਟਲ ਪੇਮੈਂਟ ਯੂਜ਼ ਕਰਦੇ ਆ। ਇਹਦੀਆਂ ਬਹੁਤ ਸਾਰੇ ਟਾਈਪਸ ਹੁੰਦੇ ਆ ਡਿਜੀਟਲ ਪੇਮੈਂਟ ਮੈਥਡ ਦੀਆਂ ਇੰਡੀਆ ਦੇ ਵਿੱਚ। ਇਹਨੂੰ 1 ਬਾਏ 1 ਆਪਾਂ ਡਿਸਕਸ ਕਰਾਂਗੇ। ਮੇਨਲੀ ਆਪਾਂ ਇਸ ਚੈਪਟਰ ਵਿੱਚ 9 ਟਾਈਪਸ ਡਿਸਕਸ ਕਰਾਂਗੇ। ਫਸਟਲੀ ਆਪਾਂ ਡਿਸਕਸ ਕਰਾਂਗੇ ਬੈਂਕਿੰਗ ਕਾਰਡਸ। ਬੈਂਕਿੰਗ ਕਾਰਡਸ ਉਹ ਵਾਲੇ ਕਾਰਡਸ ਜਿਨ੍ਹਾਂ ਦੀ ਵਰਤੋਂ ਆਪਾਂ ਪੇਮੈਂਟ ਕਰਨ ਦੇ ਲਈ ਯੂਜ਼ ਕਰਦੇ ਆ। ਇਹ ਬਹੁਤ ਸਾਰੀਆਂ ਵੈਰਾਈਟੀਜ਼ ਦੇ ਵਿੱਚ ਬਹੁਤ ਸਾਰੇ ਫੀਚਰਸ ਦੇ ਨਾਲ ਆਪਾਂ ਨੂੰ ਮਿਲਦੇ ਆ। ਇਹ ਕਨਵੀਨੀਅੰਟ ਹੁੰਦੇ ਆ ਪੇਮੈਂਟ ਕਰਨ ਦੇ ਲਈ ਤੇ ਸਿਕਿਉਰਿਟੀ ਵੀ ਇਹਦੇ ਵਿੱਚ ਪੂਰਾ ਧਿਆਨ ਰੱਖਿਆ ਜਾਂਦਾ ਸਿਕਿਉਰਿਟੀ ਵੱਲੋਂ ਵੀ। ਮੇਨ ਐਡਵਾਂਟੇਜ ਇਹਦੀ ਇਹ ਆ ਕਿ ਚਾਹੇ ਡੈਬਿਟ ਕਾਰਡ ਆ, ਚਾਹੇ ਕ੍ਰੈਡਿਟ ਕਾਰਡ ਆ, ਜਾਂ ਹੋਰ ਵੀ ਬਹੁਤ ਤਰ੍ਹਾਂ ਦੇ ਬੈਂਕਿੰਗ ਕਾਰਡਸ ਅਵੇਲੇਬਲ ਹੁੰਦੇ ਆ। ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਡਿਜੀਟਲ ਪੇਮੈਂਟ ਦੇ ਵਿੱਚ। ਕਈ ਕਾਰਡਸ ਦੇ ਵਿੱਚ ਇਨਫੋਰਮੇਸ਼ਨ ਸਟੋਰ ਵੀ ਕੀਤੀ ਜਾ ਸਕਦੀ ਹੈ, ਜਿਸ ਤਰ੍ਹਾਂ ਕਿ ਆ ਜਾਂਦਾ ਡਿਜੀਟਲ ਪੇਮੈਂਟਸ ਐਪਸ। ਇਹ ਬਹੁਤ ਸਾਰੀਆਂ ਐਪਸ ਆਪਾਂ ਨੂੰ ਅਵੇਲੇਬਲ ਹੁੰਦੀਆਂ ਜਿਹੜੀ ਆਪਾਂ ਡਾਊਨਲੋਡ ਕਰਕੇ ਇਹਦੇ ਵਿੱਚ ਕਾਰਡ ਦੀ ਇਨਫੋਰਮੇਸ਼ਨ ਸਟੋਰ ਕਰ ਸਕਦੇ ਹਾਂ, ਜਿਸ ਤਰ੍ਹਾਂ ਮੋਬਾਈਲ ਵਾਲਟ ਐਟਸੈਕਟਰਾ। ਇਹ ਇੱਦਾਂ ਦੇ ਕਾਰਡਸ ਮਾਰਕੀਟ ਦੇ ਵਿੱਚ ਅਵੇਲੇਬਲ ਹੁੰਦੇ ਆ ਜਿਹੜੇ ਕਿ ਬੈਂਕ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਆ। ਬੈਂਕਿੰਗ ਕਾਰਡ ਜਿਹੜੇ ਆ ਇਹਨਾਂ ਨੂੰ ਆਪਾਂ ਕਾਹਦੇ ਲਈ ਯੂਜ਼ ਕਰ ਸਕਦੇ ਹਾਂ, ਔਨਲਾਈਨ ਪਰਚੇਜ਼ ਕਰਨ ਦੇ ਲਈ, ਡਿਜੀਟਲ ਪੇਮੈਂਟ ਐਪ ਦੇ ਲਈ, ਜਾਂ ਪੋਸ ਮਸ਼ੀਨਸ ਜਿਹੜੀਆਂ ਕਿ ਮਤਲਬ ਕਿ ਪੁਆਇੰਟ ਆਫ ਸੇਲ ਮਸ਼ੀਨਸ ਹੁੰਦਾ। ਪੁਆਇੰਟ ਆਫ ਸੇਲ ਮਸ਼ੀਨਸ ਜਿਸ ਟਾਈਮ ਤੇ ਕਸਟਮਰ ਆਪਣੀ ਸ਼ਾਪਿੰਗ ਕਰ ਲੈਂਦਾ ਤੇ ਪੇਮੈਂਟ ਦੇ ਟਾਈਮ ਤੇ ਇਹ ਕਾਰਡਸ ਯੂਜ਼ ਕੀਤੇ ਜਾਂਦੇ ਆ। ਇਹ ਮਸ਼ੀਨ ਦੇ ਵਿੱਚ ਕਾਰਡ ਨੂੰ ਸਵਾਈਪ ਕੀਤਾ ਜਾਂਦਾ, ਇਹਨੂੰ ਕੀ ਕਿਹਾ ਜਾਂਦਾ, ਬੈਂਕਿੰਗ ਕਾਰਡਸ। ਇਹ ਔਨਲਾਈਨ ਟ੍ਰਾਂਜੈਕਸ਼ਨ ਦੇ ਲਈ ਆਪਣੇ ਲਈ ਹੈਲਪਫੁਲ ਹੁੰਦੇ ਆ। ਨੈਕਸਟ ਆ ਜਾਂਦਾ ਸਟੈਪਸ ਟੂ ਗੈਟ ਬੈਂਕਿੰਗ ਕਾਰਡ। ਹੁਣ ਬੈਂਕ ਕਾਰਡ ਕਿਸ ਤਰ੍ਹਾਂ ਲੈ ਸਕਦੇ ਆ? ਸਭ ਤੋਂ ਪਹਿਲਾਂ ਜਿਹੜਾ ਕਸਟਮਰ ਆ ਉਹਨੂੰ ਆਪਣੇ ਬੈਂਕ ਨੂੰ ਅਪਲਾਈ ਕਰਨਾ ਪੈਂਦਾ ਵਾ, ਆਪਣੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਪੈਂਦੀ ਹੈ। ਨੈਕਸਟ ਆ ਜਾਂਦਾ ਵਾ ਜਿਹੜਾ ਕਾਰਡ ਹੋਏਗਾ ਉਹ ਐਕਟੀਵੇਟਡ ਹੋ ਜਾਏਗਾ ਜਦੋਂ ਉਹਦੀ ਵੈਰੀਫਿਕੇਸ਼ਨ ਡਿਟੇਲ ਵਗੈਰਾ ਕੰਪਲੀਟ ਹੋ ਜਾਏਗੀ, ਤੇ ਇੱਕ ਉਹਨੂੰ ਅਲੋਟ ਕੀਤਾ ਜਾਂਦਾ 4 ਡਿਜਿਟ ਪਿਨ। ਜਿਹੜਾ ਪਿਨ ਹੁੰਦਾ ਵਾ ਉਹਦੇ ਨਾਲ ਹੀ ਆਨਲਾਈਨ ਟ੍ਰਾਂਜੈਕਸ਼ਨਸ ਹੋ ਸਕਦੀਆਂ ਵਾ। ਇਹ ਕੀ ਸੀਗੇ, ਸਟੈਪ ਸੀਗੇ। ਪਹਿਲਾਂ ਕੀ ਸੀਗਾ, ਅਪਲਾਈ ਕਰਨਾ ਵਾ, ਉਸ ਤੋਂ ਬਾਅਦ ਜਿਸ ਟਾਈਮ ਤੇ ਆਪਣੀ ਵੈਰੀਫਿਕੇਸ਼ਨ ਹੋ ਜਾਏਗੀ ਤੇ ਉਸ ਕਾਰਡ ਦਾ ਆਪਾਂ ਨੂੰ ਪਿਨ ਮਿਲ ਜਾਏਗਾ, 4 ਡਿਜਿਟ ਦਾ ਹੋਏਗਾ। ਇਹ ਕੀ ਸੀਗਾ, ਬੈਂਕਿੰਗ ਕਾਰਡਸ। ਕਲੀਅਰ ਹੈ? ਬੈਂਕਿੰਗ ਕਾਰਡਸ ਕਾਹਦੇ ਲਈ ਯੂਜ਼ ਹੁੰਦਾ ਵਾ, ਡਿਜੀਟਲ ਪੇਮੈਂਟ ਦੇ ਲਈ। ਨੈਕਸਟ ਆ ਜਾਂਦਾ USSD। USSD ਦਾ ਫੁੱਲ ਫਾਰਮ ਹੁੰਦੀ ਆ ਅਨਸਟਰਕਚਰਡ ਸਪਲੀਮੈਂਟਰੀ ਸਰਵਿਸ ਡਾਟਾ। ਇਹ ਪੇਮੈਂਟ ਦੇ ਲਈ ਯੂਜ਼ ਕੀਤਾ ਜਾਂਦਾ। ਇੱਕ ਤਰ੍ਹਾਂ ਦਾ ਪੇਮੈਂਟ ਮੈਥਡ ਹੁੰਦਾ ਵਾ ਜਿਸ ਤਰ੍ਹਾਂ ਕਿ ਮੋਬਾਈਲ ਤੇ ਆ। ਮੋਬਾਈਲ ਤੇ ਆਪਾਂ ਕੀ ਲਗਾਵਾਂਗੇ, *999#। ਠੀਕ ਹੈ, ਇਹ ਲਗਾਉਣ ਦੇ ਨਾਲ ਆਪਾਂ ਮੋਬਾਈਲ ਦੇ ਉੱਪਰ ਬੈਂਕਿੰਗ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ। ਇਹਦੇ ਲਈ ਆਪਾਂ ਨੂੰ ਕਿਸੇ ਤਰ੍ਹਾਂ ਦੀ ਐਪ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਬੈਂਕਿੰਗ ਟ੍ਰਾਂਜੈਕਸ਼ਨ ਕਿਸ ਤਰ੍ਹਾਂ, ਆਪਾਂ ਬੈਂਕ ਦੀ ਸਟੇਟਮੈਂਟ ਜਿਹੜੀ ਆਪਣੀ ਬੈਂਕ ਦੀ ਕਿੰਨਾ ਬੈਲੈਂਸ ਆ ਉਹ ਸਟੇਟਮੈਂਟ ਦੀ ਕੁਐਰੀ ਕਰ ਸਕਦੇ ਹਾਂ। ਆਪਣੇ ਬੈਂਕ ਦੇ ਵਿੱਚ ਲਾਸਟ ਮੰਥ ਕੀ ਟ੍ਰਾਂਜੈਕਸ਼ਨਸ ਹੋਈਆਂ ਸੀ ਉਹਨਾਂ ਦੇ ਰਿਕਾਰਡ ਆਪਾਂ ਮੰਗਵਾ ਸਕਦੇ ਹਾਂ। ਇਹ ਆਪਾਂ ਨੂੰ ਅਵੇਲੇਬਲ ਹਿੰਦੀ ਦੇ ਵਿੱਚ ਵੀ ਹੋਏਗਾ। ਠੀਕ ਹੈ, ਤੇ ਉਸ ਤੋਂ ਬਾਅਦ ਮੇਨ ਗੱਲ ਕੀ ਆ, ਜ਼ਰੂਰੀ ਨਹੀਂ ਇਹਦੇ ਲਈ ਆਪਣਾ ਮੋਬਾਈਲ ਦੇ ਵਿੱਚ ਡਾਟਾ ਹੋਵੇ। ਸੋ ਇਹਦੇ ਲਈ ਕਿਸੇ ਵੀ ਤਰ੍ਹਾਂ ਦੇ ਮੋਬਾਈਲ ਡਾਟਾ ਦੀ ਲੋੜ ਨਹੀਂ ਹੁੰਦੀ। ਇਹ ਆਪਾਂ ਸਿੰਪਲੀ ਇਹ ਡਾਇਲ ਕਰਨਾ ਵਾ ਤੇ ਆਪਾਂ ਨੂੰ ਫੈਸਿਲਿਟੀਜ਼ ਅਵੇਲੇਬਲ ਹੋ ਜਾਣਗੀਆਂ। ਬਟ ਸੈਕਿੰਡ ਮੇਨ ਪੁਆਇੰਟ ਕੀ ਆ ਜਾਂਦਾ ਵਾ, ਇਹ ਸਰਵਿਸ ਲੈਣ ਦੇ ਲਈ ਆਪਣਾ ਜਿਹੜਾ ਮੋਬਾਈਲ ਨੰਬਰ ਆ ਉਹ ਬੈਂਕ ਦੇ ਵਿੱਚ ਰਜਿਸਟਰਡ
ਹੋਣਾ ਚਾਹੀਦਾ ਵਾ। ਨੈਕਸਟ ਆ ਜਾਂਦੇ ਆ ਸਟੈਪਸ ਟੂ ਯੂਜ਼। ਹੁਣ ਇਹਨੂੰ ਯੂਜ਼ ਕਿਸ ਤਰ੍ਹਾਂ ਕਰਨਾ ਵਾ। ਫਸਟ ਆਫ ਆਲ ਆਪਾਂ ਨੰਬਰ ਡਾਇਲ ਕਰਾਂਗੇ ਆਪਣੇ ਮੋਬਾਈਲ ਦੇ ਵਿੱਚ। ਜਿਹੜੇ ਕਸਟਮਰ ਆ ਉਹਨਾਂ ਦੀ ਇੰਟਰੈਕਸ਼ਨ ਹੋਏਗੀ ਇੱਕ ਵੌਇਸ ਮੈਨੂ ਦੁਆਰਾ। ਅੱਗੇ ਕੰਪਿਊਟਰ ਰਾਹੀਂ ਵੌਇਸ ਇੱਕ ਰਿਕਾਰਡਡ ਹੁੰਦੀ ਆ, ਉਹਦੇ ਰਾਹੀਂ ਆਪਾਂ ਕੰਟੈਕਟ ਕਰਾਂਗੇ ਤੇ ਮੋਬਾਈਲ ਸਕਰੀਨ ਤੇ ਆਪਣੇ ਆਪਸ਼ਨਸ ਅਵੇਲੇਬਲ ਹੋ ਜਾਣਗੇ। ਨੈਕਸਟ ਆ ਜਾਂਦਾ ਵਾ to use the service the mobile number of the customer should be the same as the one linked to the bank account। ਜਿਹੜੇ ਬੈਂਕ ਅਕਾਊਂਟ ਦੇ ਨਾਲ ਆਪਾਂ ਲਿੰਕ ਕਰਨਾ ਵਾ ਆਪਣੀ ਸਾਰੇ ਕੀ ਹੋਣਾ ਮੈਚ ਹੋਣਾ ਚਾਹੀਦਾ। ਜਿਹੜਾ ਮੋਬਾਈਲ ਲਿੰਕ ਨੰਬਰ ਹੈ ਆਪਾਂ ਲਿੰਕ ਕਰਦੇ ਪਏ ਆ ਉਹ ਸੇਮ ਹੋਣਾ ਚਾਹੀਦਾ। ਸੋ ਕੀ ਸੀਗਾ ਕਿ ਆਪਣਾ ਮੋਬਾਈਲ ਨੰਬਰ ਜਿਹੜਾ ਵਾ ਉਹ ਬੈਂਕ ਦੇ ਵਿੱਚ ਆਪਣੇ ਬੈਂਕ ਅਕਾਊਂਟ ਦੇ ਨਾਲ ਲਿੰਕ ਹੋਣਾ ਚਾਹੀਦਾ। ਨੈਕਸਟ ਆ ਜਾਂਦਾ ਇਸ ਸਰਵਿਸ ਨੂੰ ਰਿਸੀਵ ਕਰਨ ਦੇ ਲਈ ਯੂਜ਼ ਕਰਨ ਦੇ ਲਈ ਆਪਣਾ ਰਜਿਸਟਰਡ ਹੋਣਾ ਚਾਹੀਦਾ ਵਾ। ਕਿਹਦੇ ਅੰਡਰ USSD ਦੇ ਅੰਡਰ, MMID ਦੇ ਅੰਡਰ, ਜਾਂ ਹੋ ਸਕਦਾ ਆਪਾਂ MPIN ਦੇ ਅੰਡਰ। ਹੁਣ ਕਿਸ ਤਰ੍ਹਾਂ, ਜਿਸ ਤਰ੍ਹਾਂ ਕਿ MMID ਦੀ ਫੁੱਲ ਫਾਰਮ ਕੀ ਹੈ, ਮੋਬਾਈਲ ਮਨੀ ਆਇਡੈਂਟੀਫਿਕੇਸ਼ਨ ਨੰਬਰ ਹੈ, ਇਹਦੀ ਫੁੱਲ ਫਾਰਮ ਆ। ਤੇ MPIN ਦੀ ਮੋਬਾਈਲ ਬੈਂਕਿੰਗ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ, ਇਹਦੀ ਫੁੱਲ ਫਾਰਮ ਆ। ਸੋ ਆਪਾਂ ਨੂੰ ਇਹਨਾਂ ਦੇ ਅੰਡਰ ਰਜਿਸਟਰਡ ਹੋਣਾ ਪਊਗਾ ਇਹ ਸਰਵਿਸ ਲੈਣ ਦੇ ਲਈ। ਨੈਕਸਟ ਆ ਜਾਂਦਾ AEPS। ਇਹਦੀ ਫੁੱਲ ਫਾਰਮ ਹੁੰਦੀ ਆ ਆਧਾਰ ਇਨੇਬਲ ਪੇਮੈਂਟ ਸਿਸਟਮ। ਇਹਦੇ ਰਾਹੀਂ ਆਧਾਰ ਕਾਰਡ ਰਾਹੀਂ ਅਸੀਂ ਆਨਲਾਈਨ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ। ਉਹ ਟ੍ਰਾਂਜੈਕਸ਼ਨਸ ਕਿਹੜੀਆਂ ਹੋ ਸਕਦੀਆਂ, ਬੈਲੈਂਸ ਦੀ ਇਨਕੁਆਇਰੀ ਹੋ ਸਕਦੀ ਆ, ਕੈਸ਼ ਵਿਡਰੋ ਹੋ ਸਕਦਾ, ਕੈਸ਼ ਡਿਪੋਜ਼ਿਟ ਕਰਾ ਸਕਦੇ ਆ, ਪੇਮੈਂਟ ਕਰ ਸਕਦੇ ਆ, ਟ੍ਰਾਂਜੈਕਸ਼ਨ ਵਗੈਰਾ ਕਰ ਸਕਦੇ ਆ, ਆਧਾਰ ਟੂ ਆਧਾਰ ਟ੍ਰਾਂਸਫਰ ਵੀ ਕਰ ਸਕਦੇ ਆ। ਇਹ ਸਾਰੀਆਂ ਟ੍ਰਾਂਜੈਕਸ਼ਨਸ ਅਸੀਂ ਕਰ ਸਕਦੇ ਆ। ਬਟ ਇਹ ਸਰਵਿਸ ਤਾਂ ਹੀ ਅਵੇਲੇਬਲ ਹੋਣਗੀਆਂ ਜੇ ਸਾਡਾ ਆਧਾਰ ਨੰਬਰ ਜਿਹੜਾ ਹੋਊਗਾ ਉਹ ਰਜਿਸਟਰਡ ਹੋਏਗਾ ਬੈਂਕ ਦੇ ਵਿੱਚ, ਜਿਹੜਾ ਅਕਾਊਂਟ ਦੇ ਵਿੱਚ ਅਸੀਂ ਟ੍ਰਾਂਜੈਕਸ਼ਨ ਕਰਨੀਆਂ ਵਾ। ਨੈਕਸਟ ਆ ਜਾਂਦਾ ਸਟੈਪਸ ਟੂ ਯੂਜ਼। ਹੁਣ ਇਹਨਾਂ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਵਾ। ਫਰਸਟਲੀ ਕਿ ਜਿਹੜਾ ਯੂਜ਼ਰ ਆ ਉਹਦੇ ਕੋਲ ਇੱਕ ਐਕੂਰੇਟ ਮਤਲਬ ਸਹੀ ਆਧਾਰ ਨੰਬਰ ਹੋਣਾ ਚਾਹੀਦਾ ਵਾ ਉਹਦਾ, ਜਿਹੜਾ ATM ਦੇ ਨਾਲ ਲਿੰਕਡ ਹੋਵੇ। ਨੈਕਸਟ ਆ ਜਾਂਦਾ ਜਿਹੜਾ ਯੂਜ਼ਰ ਆ ਉਹਨੂੰ ਚੂਜ਼ ਕਰਨਾ ਪੈਂਦਾ ਵਾ ਦਾ ਬੈਂਕ ਲਿੰਕ ਵਿਦ ਆਧਾਰ। ਯੂਜ਼ਰ ਕੀ ਹੈ ਚੂਜ਼ ਕਰੂਗਾ ਕਿ ਕਿਹੜਾ ਬੈਂਕ ਲਿੰਕ ਅਸੀਂ ਕਰਨਾ ਆਧਾਰ ਦੇ ਨਾਲ। ਨੈਕਸਟ ਆ ਜਾਂਦਾ ਵਾ ਉਹ ਟ੍ਰਾਂਜੈਕਸ਼ਨ ਜਿਹੜੀਆਂ ਆਪਣੀਆਂ ਉਹਨਾਂ ਦੀ ਵੈਲਿਊ ਪਾਏਗਾ, ਜਿੰਨੀ ਅਮਾਊਂਟ ਦੀ ਉਹਨੇ ਟ੍ਰਾਂਜੈਕਸ਼ਨਸ ਕਰਨੀਆਂ। ਫਿਰ ਇਸ ਤੋਂ ਬਾਅਦ ਜਿਹੜੇ ਉਹਦੇ ਫਿੰਗਰਪ੍ਰਿੰਟ ਆ ਉਹ ਸਕੈਨ ਹੋ ਜਾਣਗੇ। ਨੈਕਸਟ ਆ ਜਾਂਦਾ ਰਿਸੀਵ ਦਾ ਟ੍ਰਾਂਜੈਕਸ਼ਨ ਸਲਿੱਪ। ਜਿਹੜੀ ਟ੍ਰਾਂਜੈਕਸ਼ਨ ਕੀਤੀ ਆ ਉਹਦੀ ਸਲਿੱਪ ਉਹਨੂੰ ਮਿਲ ਜਾਏਗੀ ਤੇ ਟ੍ਰਾਂਜੈਕਸ਼ਨ ਕੀ ਆ ਕੰਪਲੀਟ ਹੋ ਜਾਏਗੀ। ਇਹ ਕੀ ਸੀਗਾ, ਕਿਸ ਤਰ੍ਹਾਂ ਟ੍ਰਾਂਜੈਕਸ਼ਨ ਕਰਨੀ ਆ ਉਹਦੇ ਸਟੈਪ ਸੀਗੇ। ਦੁਬਾਰਾ ਰਿਪੀਟ ਕਰਦੀ ਆ। ਫਰਸਟਲੀ ਕੀ ਆ ਆਪਣਾ ਆਧਾਰ ਨੰਬਰ ਜਿਹੜਾ ATM ਦੇ ਨਾਲ ਲਿੰਕ ਹੋਣਾ ਚਾਹੀਦਾ ਵਾ, ਠੀਕ ਹੈ। ਨੈਕਸਟ ਆ ਜਾਂਦਾ ਵਾ ਆਪਾਂ ਸਿਲੈਕਟ ਕਰਾਂਗੇ ਆਪਣੇ ਬੈਂਕ ਅਕਾਊਂਟ ਨੂੰ ਆਧਾਰ ਦੇ ਨਾਲ ਜਿਹੜਾ ਲਿੰਕ ਆ। ਨੈਕਸਟ ਆ ਜਾਂਦਾ ਆਪਾਂ ਜਿੰਨੀ ਟ੍ਰਾਂਜੈਕਸ਼ਨ ਜਿੰਨੀ ਵੈਲਿਊ ਦੀ ਕਰਨੀ ਆ ਉਹ ਐਂਟਰ ਕਰਾਂਗੇ, ਆਪਣੇ ਫਿੰਗਰਪ੍ਰਿੰਟ ਸਕੈਨ ਹੋ ਜਾਣਗੇ ਤੇ ਜਿਹੜੀ ਟ੍ਰਾਂਜੈਕਸ਼ਨ ਕੀਤੀ ਉਹਦੀ ਰਿਸਿਪਟ ਕੀ ਆਪਾਂ ਨੂੰ ਰਿਸੀਵ ਹੋ ਜਾਏਗੀ। ਇਹ ਕੀ ਸੀਗਾ AEPS ਆਧਾਰ ਇਨੇਬਲ ਪੇਮੈਂਟ ਸਿਸਟਮ, ਜਿਹੜਾ ਆਨਲਾਈਨ ਪੇਮੈਂਟ ਦਾ ਇੱਕ ਟਾਈਪ ਆ। ਨੈਕਸਟ ਆ ਜਾਂਦਾ UPI ਮੀਨਸ ਯੂਨੀਫਾਈਡ ਪੇਮੈਂਟ ਇੰਟਰਫੇਸ। ਇਹ ਇੱਕ ਐਪ ਹੁੰਦੀ ਹੈ UPI। ਇਹਨੂੰ ਆਪਾਂ ਮੋਬਾਈਲ ਦੇ ਵਿੱਚ ਆਪਣੇ ਡਾਊਨਲੋਡ ਕਰ ਸਕਦੇ ਹਾਂ, ਆਪਣੇ ਸਮਾਰਟਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹਾਂ। ਜਿਹੜੇ ਕਸਟਮਰ ਆ ਜਿਨ੍ਹਾਂ ਦਾ ਬੈਂਕ ਅਕਾਊਂਟ ਹੁੰਦੇ ਆ ਉਹ ਇਹਦੇ ਨਾਲ ਲਿੰਕ ਕਰ ਸਕਦੇ ਆ ਤੇ ਟ੍ਰਾਂਜੈਕਸ਼ਨਸ ਆਪਣੀਆਂ ਕਰ ਸਕਦੇ, ਜਿਸ ਤਰ੍ਹਾਂ ਕਿ ਮਨੀ ਟ੍ਰਾਂਸਫਰ ਕਰਨੀ ਆ, ਮਨੀ ਰਿਸੀਵ ਕਰਨੀ ਆ, ਕਿਸੇ ਵੀ ਤਰ੍ਹਾਂ ਦੀ ਟ੍ਰਾਂਸਫਰ ਦੇ ਰਿਲੇਟਡ ਅਸੀਂ ਟ੍ਰਾਂਜੈਕਸ਼ਨ ਕਰ ਸਕਦੇ ਆ। ਇਸ ਤੋਂ ਬਾਅਦ ਇਹ ਜਿਹੜੀਆਂ ਟ੍ਰਾਂਜੈਕਸ਼ਨਸ ਹੋਣਗੀਆਂ ਅਸੀਂ ਕਿਸੇ ਵੀ ਟਾਈਮ ਕਰ ਸਕਦੇ ਆ। ਇਹ ਆਪਾਂ ਨੂੰ ਸਾਲ ਦੇ 365 ਦਿਨ ਅਵੇਲੇਬਲ ਹੋਏਗੀ, ਦਿਨ ਦੇ 24 ਘੰਟੇ ਅਵੇਲੇਬਲ ਹੋਏਗੀ। ਇਹਦੇ 'ਚ ਕਿਸੇ ਤਰ੍ਹਾਂ ਦੀ ਵੀ ਟਾਈਮ ਰਿਸਟ੍ਰਿਕਸ਼ਨ ਨਹੀਂ ਹੋਏਗੀ। ਸੈਕੰਡਲੀ ਮੇਨ ਪੁਆਇੰਟ ਇਹਦਾ ਇਹ ਆ ਕਿ ਜਿਹੜਾ UPI ਐਪ ਆ ਇਸ ਐਪ ਦੇ ਅੰਡਰ ਅਸੀਂ ਇੱਕ ਤੋਂ ਜ਼ਿਆਦਾ ਆਪਣੇ ਬੈਂਕ ਅਕਾਊਂਟ ਇਹਦੇ ਵਿੱਚ ਲਿੰਕ ਕਰ ਸਕਦੇ ਆ। ਇਸ ਤਰ੍ਹਾਂ ਨਹੀਂ ਕਿ ਜੇ ਇੱਕ ਐਪ ਆ ਉਹਦੇ ਵਿੱਚ ਆਪਣਾ ਇੱਕ ਹੀ ਅਕਾਊਂਟ ਨੰਬਰ ਲਿੰਕ ਹੋਏਗਾ, ਆਪਾਂ ਹੋਰ ਵੀ ਬੈਂਕ ਦੇ ਅਕਾਊਂਟ ਨੰਬਰ ਲਿੰਕ ਕਰ ਸਕਦੇ ਆ। ਜਿਸ ਤਰ੍ਹਾਂ ਕਿ ਕਿਸੇ ਕਸਟਮਰ ਦਾ ਇੱਕ ਐਕਸਿਸ ਬੈਂਕ ਵਿੱਚ ਅਕਾਊਂਟ ਹੈ, ਇੱਕ HDFC ਬੈਂਕ ਵਿੱਚ ਅਕਾਊਂਟ ਆ, ਉਹ ਦੋਨੋਂ ਜਿਹੜੇ ਆਪਣੇ ਅਕਾਊਂਟ ਨੰਬਰ ਆ ਇਹਦੇ ਵਿੱਚ UPI ਐਪ ਦੇ ਵਿੱਚ ਰਜਿਸਟਰਡ ਕਰ ਸਕਦੇ ਆ। ਇਸ ਤੋਂ ਬਾਅਦ UPI ਦੇ ਜਦੋਂ ਆਪਾਂ ਯੂਜ਼ ਕਰਦੇ ਆ ਐਪ, ਇਹਦੇ ਲਈ ਆਪਾਂ ਨੇ ਕੋਈ ਟ੍ਰਾਂਜੈਕਸ਼ਨ ਫੀਸ ਨਹੀਂ ਲੱਗਦੀ, ਕਿਸੇ ਵੀ ਤਰ੍ਹਾਂ ਦੇ ਆਪਣੇ ਖਰਚੇ ਨਹੀਂ ਪੈਂਦੇ। ਨੈਕਸਟ ਆ ਜਾਂਦਾ ਸਟੈਪਸ
टू यूज़ द UPI। ਹੁਣ ਆਪਾਂ ਇਹਨੂੰ यूज़ ਕਿਵੇਂ ਕਰਨਾ? ਸਭ ਤੋਂ ਪਹਿਲਾਂ ਆਪਣੇ ਮੋਬਾਈਲ ਦੇ ਵਿੱਚ ਐਪ ਡਾਊਨਲੋਡ ਕਰਨੀ ਆ। ਨੈਕਸਟ ਆ ਜਾਂਦਾ ਕਿ ਆਪਾਂ ਸਰਵਿਸ ਦੇ ਲਈ ਆਪਣੇ ਆਪ ਨੂੰ ਰਜਿਸਟਰਡ ਕਰਾਂਗੇ ਤੇ ਬੈਂਕ ਅਕਾਊਂਟ ਦੀ ਆਪਣੀ ਡਿਟੇਲ ਸਾਰੀਆਂ ਫਿਲ ਕਰਾਂਗੇ। ਥਰਡ, ਕ੍ਰੀਏਟ ਅ VPA ਮੀਨਸ ਵਰਚੁਅਲ ਪੇਮੈਂਟ ਐਡਰੈਸ। ਜਿਹੜਾ ਐਡਰੈਸ ਹੋਏਗਾ ਉਹਨੂੰ ਫਿਲ ਕਰਾਂਗੇ ਤੇ ਆਪਣਾ MPIN ਮੀਨਸ ਮੋਬਾਈਲ ਬੈਂਕਿੰਗ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ ਜਿਹੜਾ ਹੋਏਗਾ ਉਹਨੂੰ ਰਿਸੀਵ ਕਰਾਂਗੇ। ਠੀਕ ਹੈ, ਇਹ ਕੀ ਸੀਗੀ? ਟਾਈਪ ਸੀਗੀ, ਇਹਦਾ ਨਾਮ ਸੀਗਾ UPI, ਜਿਹੜੀ ਡਿਜੀਟਲ ਪੇਮੈਂਟ ਦੇ ਵਿੱਚ ਯੂਜ਼ ਕੀਤੀ ਜਾਂਦੀ ਆ। ਨੈਕਸਟ ਆ ਜਾਂਦਾ ਮੋਬਾਈਲ ਵਾਲੇਟਸ ਜਾਂ E-ਵਾਲੇਟਸ। ਮੋਬਾਈਲ ਵਾਲੇਟਸ ਜਾਂ E-ਵਾਲੇਟਸ ਇੱਕ ਤਰ੍ਹਾਂ ਦੀ ਟਾਈਪ ਆ ਡਿਜੀਟਲ ਪੇਮੈਂਟ ਕਰਨ ਦੀ। ਇਹਨੂੰ ਆਪਾਂ ਮੋਬਾਈਲ ਦੇ ਵਿੱਚ ਡਾਊਨਲੋਡ ਕਰ ਸਕਦੇ ਹਾਂ। ਇਹ ਇੱਕ ਐਪ ਹੁੰਦੀ ਹੈ ਜਿਹਨੂੰ ਮੋਬਾਈਲ ਦੇ ਵਿੱਚ ਡਾਊਨਲੋਡ ਕੀਤਾ ਜਾਂਦਾ। E-ਵਾਲੇਟ ਨੂੰ ਇਲੈਕਟ੍ਰੋਨਿਕ ਪਰਸ ਵੀ ਕਿਹਾ ਜਾਂਦਾ ਵਾ। ਇਹਦੇ ਵਿੱਚ ਅਸੀਂ ਕੈਸ਼, ਜਿਹੜਾ ਇਲੈਕਟ੍ਰੋਨਿਕ ਕੈਸ਼ ਹੁੰਦਾ ਉਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ। ਜਦੋਂ ਮੋਬਾਈਲ ਵਾਲੇਟ ਦੇ ਵਿੱਚ ਮਨੀ ਐਡ ਹੋ ਜਾਏਗੀ ਤੇ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਪੇਮੈਂਟਸ ਦੇ ਲਈ। ਕਿਸੇ ਵੀ ਤਰ੍ਹਾਂ ਦੀ ਗੁੱਡਸ ਜਾਂ ਸਰਵਿਸ ਜੇ ਪਰਚੇਜ਼ ਕੀਤੀਆਂ ਉਹਨਾਂ ਦੀ ਪੇਮੈਂਟ ਕਰਨ ਦੇ ਲਈ ਇਹਨੂੰ ਯੂਜ਼ ਕਰ ਸਕਦੇ ਹਾਂ। ਇਹਦੇ ਲਈ ਆਪਾਂ ਨੂੰ ਡਿਜਿਟ ਨੰਬਰ 4 ਡਿਜਿਟ ਨੰਬਰ ਜਿਹੜੇ ਆ ਉਹ ਪ੍ਰੋਵਾਈਡ ਕੀਤੇ ਜਾਂਦੇ ਆ। ਆਪਾਂ ਉਹਨੂੰ ਯਾਦ ਰੱਖਾਂਗੇ ਇਹਦੇ ਵਿੱਚ ਟ੍ਰਾਂਜੈਕਸ਼ਨਸ ਕਰਨ ਦੇ ਲਈ। ਨੈਕਸਟ ਆ ਜਾਂਦਾ ਜਿਹੜੇ ਮੋਬਾਈਲ ਵਾਲੇਟਸ ਐਪ ਹੁੰਦੀਆਂ ਵਾ, ਹੋਰ ਵੀ ਮਾਰਕੀਟ 'ਚ ਕਈ ਅਵੇਲੇਬਲ ਹੁੰਦੀ ਹੈ। ਜਿਸ ਸਭ ਤੋਂ ਜ਼ਿਆਦਾ ਫੇਮਸ ਕਿਹੜੀ ਹੈ ਅੱਜ ਦੇ ਟਾਈਮ ਦੇ ਵਿੱਚ? Paytm। ਹਰ ਕੋਈ ਅੱਜ ਦੇ ਟਾਈਮ ਦੇ ਵਿੱਚ Paytm ਐਪ ਯੂਜ਼ ਕਰਦਾ ਵਾ। ਠੀਕ ਆ, ਇਹ ਕੀ ਐਪ ਦਾ ਨਾਮ ਹੈਗਾ? Paytm ਆ, ਬਟ ਕਿੰਦੇ ਅੰਡਰ ਆ ਜਾਂਦੀ ਆ? ਮੋਬਾਈਲ ਵਾਲੇਟ ਦੇ। ਇਹ ਮੋਬਾਈਲ ਵਾਲੇਟ ਦੀ ਅੱਗੇ ਕੀ ਆ ਜਾਂਦੀਆਂ ਵਾ? ਕੰਪਨੀਜ਼ ਆ ਜਿਹੜੀ ਇਹਨੂੰ ਪ੍ਰੋਵਾਈਡ ਕਰਦੀਆਂ ਪਈਆਂ ਵਾ। ਸੋ ਕਲੀਅਰ ਆ? ਇਹਦੇ ਵਿੱਚ ਜਿਹੜੇ ਮੋਬਾਈਲ ਵਾਲੇਟਸ ਆ ਟ੍ਰਾਂਜੈਕਸ਼ਨਸ ਜਦੋਂ ਕੀਤੀਆਂ ਜਾਂਦੀਆਂ, ਕਈ ਕੰਪਨੀਜ਼ ਕਈ ਐਪਸ ਜਿਹੜੀਆਂ ਵਾ ਉਹਦੇ ਲਈ ਕੀ ਆ ਕੁਝ ਚਾਰਜਸ ਵੀ ਕਲੇਮ ਕਰਦੀਆਂ ਵਾ। ਇਹਨਾਂ ਦੇ ਬਦਲੇ ਕੁਝ ਮਤਲਬ ਕਿ ਜਿਹੜੀ ਸਰਵਿਸ ਪ੍ਰੋਵਾਈਡ ਹੋ ਰਹੀਆਂ ਉਹਦੇ ਲਈ ਸਾਨੂੰ ਖਰਚੇ ਵੀ ਪੇ ਕਰਨੇ ਪੈਂਦੇ ਆ। ਉਹਨੂੰ ਆਪਾਂ ਫੀਸ ਵੀ ਕਹਿ ਸਕਦੇ ਹਾਂ, ਜਿਸ ਤਰ੍ਹਾਂ ਕਹਾਂਗੇ ਟ੍ਰਾਂਜੈਕਸ਼ਨ ਫੀਸ। ਨੈਕਸਟ ਆਇੰਦਾ ਸਟੈਪਸ ਟੂ ਯੂਜ਼ ਏ ਮੋਬਾਈਲ ਵਾਲੇਟ। ਹੁਣ ਇਹਨੂੰ ਯੂਜ਼ ਕਿਸ ਤਰ੍ਹਾਂ ਕਰਨਾ? ਸਭ ਤੋਂ ਪਹਿਲਾਂ ਆਪਾਂ ਡਾਊਨਲੋਡ ਕਰਾਂਗੇ ਐਪ। ਮੰਨ ਲਓ ਆਪਾਂ Paytm ਐਪ ਡਾਊਨਲੋਡ ਕਰ ਲਈ। ਫਿਰ ਇਸ ਤੋਂ ਬਾਅਦ ਟ੍ਰਾਂਜੈਕਸ਼ਨਸ ਕਰਨ ਦੇ ਲਈ ਸਾਨੂੰ ਉਹਦੇ ਲਈ ਰਜਿਸਟਰਡ ਹੋਣਾ ਪਏਗਾ। ਆਪਣੀ ਸਾਰੀ ਡਿਟੇਲ ਪ੍ਰੋਵਾਈਡ ਕਰਨੀ ਪਏਗੀ। ਜੋ ਇੰਸਟਰਕਸ਼ਨ ਉਹਨਾਂ ਨੇ ਦਿੱਤੀਆਂ ਉਹਨਾਂ ਨੂੰ ਫੋਲੋ ਕਰਨਾ ਪਏਗਾ। ਇਸ ਤੋਂ ਬਾਅਦ ਆ ਜਾਂਦਾ ਕਿ ਜਿੰਨੀ ਮਨੀ ਦੀ ਅਸੀਂ ਟ੍ਰਾਂਜੈਕਸ਼ਨ ਕਰਨੀ ਆ ਉਹ ਮਨੀ ਲੋਡ ਕਰਾਂਗੇ ਆਪਣੇ ਮੋਬਾਈਲ ਵਾਲੇਟ ਦੇ ਵਿੱਚ। ਤੇ ਇਸ ਤੋਂ ਬਾਅਦ ਮੇਕ ਪੇਮੈਂਟ ਯੂਜ਼ਿੰਗ ਰਿਸੀਵਰ ਮੋਬਾਈਲ ਨੰਬਰ, ਤੇ ਅਸੀਂ ਆਪਣੇ ਮੋਬਾਈਲ ਨੰਬਰ ਦੁਆਰਾ ਰਿਸੀਵਰ ਜਿਹੜਾ ਹੋਏਗਾ ਮੋਬਾਈਲ ਨੰਬਰ ਦੁਆਰਾ ਪੇਮੈਂਟਸ ਕਰ ਸਕਦਾ ਹੈ। ਇਹ ਸੀਗਾ ਮੋਬਾਈਲ ਵਾਲੇਟ ਜਾਂ E-ਵਾਲੇਟ। ਇਹ ਕਾਹਦੀ ਟਾਈਪ ਸੀਗੀ? ਡਿਜੀਟਲ ਪੇਮੈਂਟ ਦੀ। ਨੈਕਸਟ ਅੱਗੇ ਆ ਜਾਂਦਾ ਬੈਂਕ ਪ੍ਰੀਪੇਡ ਕਾਰਡਸ। ਬੈਂਕ ਪ੍ਰੀਪੇਡ ਕਾਰਡਸ ਕੀ ਹੁੰਦੇ ਆ? ਇਹ ਵੀ ਕੀ ਹੈ? ਇੱਕ ਇਨਸਟਰੂਮੈਂਟ ਆ ਜਿੰਦੇ ਰਾਹੀਂ ਅਸੀਂ ਆਨਲਾਈਨ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਮਨੀ ਲੋਡ ਕਰ ਸਕਦੇ ਹਾਂ ਤੇ ਪਰਚੇਜ਼ਸ ਦੇ ਲਈ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਕਿ ਡੈਬਿਟ ਕਾਰਡ ਹੁੰਦੇ ਆ, ਕ੍ਰੈਡਿਟ ਕਾਰਡ ਹੁੰਦੇ ਆ, ਉਹ ਬੈਂਕ ਦੇ ਨਾਲ ਲਿੰਕ ਹੁੰਦੇ ਆ। ਠੀਕ ਹੈ, ਬਟ ਜਿਹੜੇ ਬੈਂਕ ਪ੍ਰੀਪੇਡ ਕਾਰਡਸ ਆ ਇਹ ਕੀ ਹੁੰਦੇ ਆ? ਅਕਾਊਂਟ ਦੇ ਨਾਲ ਆਪਣੇ ਲਿੰਕ ਨਹੀਂ ਹੁੰਦੇ। ਕਸਟਮਰ ਇਹਨੂੰ ਕਿਵੇਂ ਯੂਜ਼ ਕਰ ਸਕਦਾ ਵਾ? ਕਸਟਮਰ ਇਹਦੇ ਲਈ ਸਭ ਤੋਂ ਪਹਿਲਾਂ ਅਪਲਾਈ ਕਰੇਗਾ ਬੈਂਕ ਦੇ ਥਰੂ। ਫਿਰ ਉਸ ਤੋਂ ਬਾਅਦ ਜਿਹੜਾ ਆਪਣਾ ਪਿਨ ਰਜਿਸਟਰਡ ਕਰੇਗਾ, ਰਜਿਸਟਰਡ ਪਿਨ ਲਏਗਾ। ਨੈਕਸਟ ਆ ਜਾਂਦਾ ਲੋਡ ਕਰੇਗਾ ਮਨੀ ਜਿੰਨੇ ਦੀ ਉਹਨੇ ਟ੍ਰਾਂਜੈਕਸ਼ਨਸ ਕਰਨੀ ਆ। ਇਸ ਤੋਂ ਬਾਅਦ ਜਿੰਨੀਆਂ ਪੇਮੈਂਟਸ ਕਰਨੀਆਂ ਵਾ, ਜਿਹੜੀ ਪੇਮੈਂਟ ਕਰਨੀ ਉਹ ਇਹਦੇ ਰਾਹੀਂ ਕਰ ਸਕਦਾ ਵਾ। ਇਹ ਸੀਗਾ ਬੈਂਕ ਪ੍ਰੀਪੇਡ ਕਾਰਡਸ। ਅੱਗੇ ਆ ਜਾਂਦਾ 7th POS ਪੋਸਟ ਟਰਮੀਨਲਸ। ਇਹਦਾ ਫੁੱਲ ਫਾਰਮ ਹੁੰਦੀ ਹੈ ਪੁਆਇੰਟ ਆਫ ਸੇਲ। ਜਿਸ ਤਰ੍ਹਾਂ ਕਿ ਟ੍ਰੈਡੀਸ਼ਨਲ ਆਪਾਂ ਕੈਸ਼ ਯੂਜ਼ ਕਰਦੇ ਸੀਗੇ, ਹੁਣ ਇਹ ਆ ਗਏ ਪੋਸਟ ਟਰਮੀਨਲ ਆ ਗਏ POS ਜਿਹਨੂੰ ਕਹਿ ਦਿੰਦੇ ਆ। ਇਹ ਕੀ ਹੁੰਦਾ? ਸਟੋਰ ਦੇ ਵਿੱਚ ਇੰਸਟਾਲ ਕੀਤੇ ਜਾਂਦੇ ਆ। ਇਹਦੇ ਰਾਹੀਂ ਜਦੋਂ ਕਸਟਮਰ ਆਪਣੇ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਯੂਜ਼ ਕਰਕੇ ਪੇਮੈਂਟ ਕਰਦਾ, ਆ ਮਸ਼ੀਨ ਦੇ ਵਿੱਚ ਕੀ ਆ ਸਵਾਈਪ ਕੀਤੇ ਜਾਂਦੇ ਕਾਰਡ। ਜੇ ਮਸ਼ੀਨ ਨਹੀਂ ਹੋਊਗੀ ਤੇ ਆਪਣੇ ਡੈਬਿਟ ਕਾਰਡ ਕ੍ਰੈਡਿਟ ਕਾਰਡ ਜੋ ਵੀ ਅਸੀਂ ਕਾਰਡ ਯੂਜ਼ ਕਰਨ ਲੱਗੇ ਆ ਉਹਨਾਂ ਨੂੰ ਯੂਜ਼ ਨਹੀਂ ਕਰ ਪਾਵਾਂਗੇ ਇਹਨਾਂ ਟਰਮੀਨਲਸ ਤੋਂ ਬਿਨਾ। ਸੋ ਇਹ ਜਿਹੜੀ ਟਰਮੀਨਲਸ ਹੁੰਦੇ ਆ ਇਹ ਹੈਂਡ ਹੈਲਡ ਹੁੰਦੇ। ਇਹਨੂੰ ਹੱਥ 'ਚ ਫੜਿਆ ਜਾਂਦਾ ਡਿਵਾਈਸ ਹੁੰਦੀ ਇੱਕ ਤਰ੍ਹਾਂ ਦੀ ਜਿਹੜੀ ਕਿ ਰੀਡ ਕਰਦੀ ਆ ਆਪਣੇ ਬੈਂਕਿੰਗ ਕਾਰਡ ਨੂੰ ਤੇ ਪੇਮੈਂਟ ਕਰਨ ਦੇ ਵਿੱਚ ਹੈਲਪ ਕਰਦੀ ਹੈ। ਅੱਗੇ ਆ ਜਾਂਦਾ ਇੰਟਰਨੈਟ ਬੈਂਕਿੰਗ।
ਹੁਣ ਇੰਟਰਨੈਟ ਬੈਂਕਿੰਗ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਊਗਾ। ਇੰਟਰਨੈਟ ਬੈਂਕਿੰਗ ਕੀ ਆ? ਜਦੋਂ ਅਸੀਂ ਆਨਲਾਈਨ ਬੈਂਕਿੰਗ ਦੇ ਟ੍ਰਾਂਜੈਕਸ਼ਨਸ ਕਰਦੇ ਆ। ਇਹ ਬੈਂਕਿੰਗ ਟ੍ਰਾਂਜੈਕਸ਼ਨ ਦੇ ਵਿੱਚ ਕੀ ਹੋ ਸਕਦਾ ਕਿ ਅਸੀਂ ਫੰਡ ਟ੍ਰਾਂਸਫਰ ਕਰ ਸਕਦੇ ਆ, ਆਪਣਾ ਕੋਈ ਵੀ ਅਕਾਊਂਟ ਓਪਨ ਕਰਾ ਸਕਦੇ ਆ, ਠੀਕ ਹੈ। ਉਸ ਤੋਂ ਬਾਅਦ ਅਕਾਊਂਟ ਜੇ ਕਲੋਜ਼ ਕਰਾਉਣਾ ਉਹ ਵੀ ਕਰਾ ਸਕਦੇ ਆ। ਜਿਸ ਟਾਈਮ ਤੇ ਅਸੀਂ ਇੰਟਰਨੈਟ ਬੈਂਕਿੰਗ ਸਰਵਿਸ ਯੂਜ਼ ਕਰਦੇ ਪਏ ਆ ਤਾਂ ਸਾਨੂੰ ਕਿਸੇ ਵੀ ਤਰ੍ਹਾਂ ਫਿਜ਼ੀਕਲੀ ਵਿਜ਼ਿਟ ਕਰਨ ਦੀ ਲੋੜ ਨਹੀਂ ਪੈਂਦੀ ਬੈਂਕ ਵਿੱਚ, ਕਿਸੇ ਤਰ੍ਹਾਂ ਦੀ ਟਾਈਮ ਰਿਸਟ੍ਰਿਕਸ਼ਨਸ ਨਹੀਂ ਰਹਿੰਦੀ, ਕਿਸੇ ਵੀ ਟਾਈਮ ਅਸੀਂ ਬੈਂਕ ਦੀਆਂ ਟ੍ਰਾਂਜੈਕਸ਼ਨਸ ਕਰ ਸਕਦੇ ਆ। ਕੋਈ ਵੀ ਆਪਣੇ ਤੋਂ 9 to 5 9 to 3 ਵਾਲੀ ਟਾਈਮ ਰਿਸਟ੍ਰਿਕਸ਼ਨ ਨਹੀਂ ਰਹੇਗੀ। ਸੋ ਇਹ ਕੀ ਹੋ ਗਈ? ਇੰਟਰਨੈਟ ਬੈਂਕਿੰਗ ਦੇ ਆਪਾਂ ਨੂੰ ਐਡਵਾਂਟੇਜ ਹੋ ਗਏ। ਇਹ ਆਪਾਂ ਨੂੰ ਸਾਰੇ ਸਾਲ ਦੇ ਮਤਲਬ ਕਿ ਸਾਲ ਦੇ ਪੂਰੇ 365 ਦਿਨ ਇਹ ਸਰਵਿਸ ਆਪਾਂ ਨੂੰ ਅਵੇਲੇਬਲ ਹੋਏਗੀ। ਨੈਕਸਟ ਆ ਜਾਂਦਾ ਮੋਬਾਈਲ ਬੈਂਕਿੰਗ। ਮੋਬਾਈਲ ਬੈਂਕਿੰਗ ਕੀ ਆ? ਮੋਬਾਈਲ ਬੈਂਕਿੰਗ ਦਾ ਮਤਲਬ ਜਦੋਂ ਅਸੀਂ ਆਪਣੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਆ ਜਿਹੜੀ ਸਮਾਰਟਫੋਨ ਦੁਆਰਾ ਕਰਦੇ ਆ ਉਹਨੂੰ ਕੀ ਕਿਹਾ ਜਾਂਦਾ? ਮੋਬਾਈਲ ਬੈਂਕਿੰਗ। ਮੋਬਾਈਲ ਬੈਂਕਿੰਗ ਦਾ ਸਕੋਪ ਜਿਹੜਾ ਵਾ ਹੁਣ ਐਕਸਪੈਂਡ ਹੋ ਰਿਹਾ ਵਾ ਕਿਉਂਕਿ ਇਹਦੇ ਵਿੱਚ ਕੀ ਆ ਗਿਆ ਵਾ? ਆਪਣੇ ਮੋਬਾਈਲ ਵਾਲਟਸ ਆ ਗਏ, ਡਿਜੀਟਲ ਪੇਮੈਂਟਸ ਐਪਸ ਆ ਗਈਆਂ ਜਿਸ ਤਰ੍ਹਾਂ ਕਿ UPL ਹੋ ਗਿਆ। ਆਪਾਂ ਐਪਸ ਨੂੰ ਡਾਊਨਲੋਡ ਕਰਕੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਟ੍ਰਾਂਜੈਕਸ਼ਨਸ ਮੋਬਾਈਲ ਰਾਹੀਂ ਕਰ ਸਕਦੇ ਆ। ਸੋ ਹੁਣ ਆਪਾਂ ਨੂੰ ਕਿਸੇ ਤਰ੍ਹਾਂ ਦਾ ਕੈਸ਼ ਕੈਰੀ ਕਰਕੇ ਜਾਣ ਦੀ ਲੋੜ ਨਹੀਂ ਹੈਗੀ। ਜਦੋਂ ਕੈਸ਼ ਨਹੀਂ ਹੁੰਦਾ ਤੇ ਇਹਦੀ ਬੋਦਰੇਸ਼ਨ ਵੀ ਘੱਟ ਜਾਂਦੀ ਆ। ਸੋ ਇਹ ਕੀ ਆਪਣੀ ਐਡਵਾਂਟੇਜ ਆ। ਨੈਕਸਟ ਆ ਜਾਂਦਾ ਵਾ ਆਪਣੇ ਬੈਨੀਫਿਟਸ ਆਫ ਡਿਜੀਟਲ ਪੇਮੈਂਟ। ਕਿਹੜੇ ਫਾਇਦੇ ਹੋਏ ਆ ਡਿਜੀਟਲ ਪੇਮੈਂਟ ਨੂੰ ਯੂਜ਼ ਕਰਨ ਦੇ? ਫਸਟਲੀ ਫਾਸਟਰ ਐਂਡ ਈਜ਼ੀਅਰ। ਜਿਹੜੀ ਡਿਜੀਟਲ ਪੇਮੈਂਟ ਮੈਥਡ ਆ ਇਹ ਜਲਦੀ ਹੁੰਦਾ ਵਾ ਤੇ ਸੌਖੇ ਤਰੀਕੇ ਨਾਲ ਅਸੀਂ ਟ੍ਰਾਂਜੈਕਸ਼ਨ ਇਹਦੇ ਰਾਹੀਂ ਕਰ ਸਕਦੇ ਆ। ਸਾਨੂੰ ਕਿਸੇ ਵੀ ਤਰ੍ਹਾਂ ਦੀ ਲੰਬੀਆਂ ਲਾਈਨਸ ਦੇ ਵਿੱਚ ਨਹੀਂ ਖੜਨਾ ਪੈਂਦਾ, ਕਿਸੇ ਵੀ ਤਰ੍ਹਾਂ ਦੀ ਜ਼ਿਆਦਾ ਲੰਬੀ ਇਨਫੋਰਮੇਸ਼ਨ ਫਿਲ ਨਹੀਂ ਕਰਨੀ ਪੈਂਦੀ। ਜਦੋਂ ਅਸੀਂ ਆਪਣੇ ਮੋਬਾਈਲ ਰਾਹੀਂ ਕੋਈ ਵੀ ਟ੍ਰਾਂਜੈਕਸ਼ਨਸ ਕਰਦੇ ਆ ਤੇ ਸਾਨੂੰ ਕਰਨੀਆਂ ਬਹੁਤ ਸੌਖੀਆਂ ਹੋ ਜਾਂਦੀਆਂ, ਅਸੀਂ ਕਦੋਂ ਵੀ ਉਹ ਟ੍ਰਾਂਜੈਕਸ਼ਨਸ ਨੂੰ ਕਰ ਸਕਦੇ ਆ। ਸੋ ਇਹ ਕੀ ਹੋ ਗਿਆ? ਫਾਸਟਰ ਐਂਡ ਈਜ਼ੀਅਰ, ਸੌਖੇ ਤਰੀਕੇ ਨਾਲ ਹੋ ਗਿਆ ਤੇ ਟ੍ਰਾਂਜੈਕਸ਼ਨਸ ਹੁਣ ਆਪਣੀ ਸਾਡੀਆਂ ਜਲਦੀ ਹੋ ਜਾਂਦੀਆਂ ਵਾ। ਨੈਕਸਟ ਆ ਜਾਂਦਾ ਵਾ ਇਕਨੋਮਿਕਲੀ। ਸਭ ਤੋਂ ਪਹਿਲਾਂ ਜਦੋਂ ਪੁਰਾਣਾ ਮੈਥਡ ਸੀਗਾ, ਠੀਕ ਆ, ਉਹਦੇ ਵਿੱਚ ਕੀ ਸੀਗਾ? ਲੋਕਾਂ ਨੂੰ ਆਪਣੇ ਕੰਮ ਛੱਡ ਕੇ ਲਾਈਨਸ ਦੇ ਵਿੱਚ ਬੈਂਕ ਦੀ ਖੜਨਾ ਪੈਂਦਾ ਸੀਗਾ। ਸੋ ਜਿਹੜੇ ਕੰਮ ਛੱਡਣ ਦੇ ਨਾਲ ਜਿਹੜਾ ਸਾਡਾ ਖਰਚਾ ਹੁੰਦਾ ਸੀਗਾ, ਜਿਹੜਾ ਲੋਸ ਹੁੰਦਾ ਸੀ ਉਹ ਤਾਂ ਕਵਰ ਨਹੀਂ ਹੋ ਪਾਉਂਦਾ ਸੀ, ਬਟ ਨਾਲ ਇਹਦੇ ਹੋਰ ਵੀ ਬਹੁਤ ਸਾਰੇ ਚਾਰਜਸ ਸਾਨੂੰ ਪੇ ਕਰਨੇ ਪੈਂਦੇ ਸੀ। ਬਟ ਜਿਹੜੀਆਂ ਹੁਣ ਅੱਜ ਦੇ ਟਾਈਮ ਦੇ ਵਿੱਚ ਨਿਊ ਟੈਕਨੋਲੋਜੀ ਦੇ ਨਾਲ ਪੇਮੈਂਟਸ ਐਪ ਆ ਗਿਆ, ਮੋਬਾਈਲ ਵਾਲਟਸ ਆ ਗਿਆ, ਇਹਦੇ ਵਿੱਚ ਸਾਨੂੰ ਕਿਸੇ ਵੀ ਤਰ੍ਹਾਂ ਦੇ ਚਾਰਜਸ ਜਿਵੇਂ ਕਿ ਟ੍ਰਾਂਜੈਕਸ਼ਨ ਫੀ ਨਹੀਂ ਪੇ ਕਰਨੀ ਪੈਂਦੀ। ਸੋ ਇਹ ਕੀ ਹੋ ਗਿਆ? ਆਪਣੇ ਲਈ ਇਕਨੋਮਿਕਲੀ ਹੋ ਗਿਆ। ਜਿਹੜੇ ਟ੍ਰਾਂਜੈਕਸ਼ਨਸ ਫੀ ਹੁੰਦੀ ਸੀਗੀ ਉਹ ਆਪਣੀ ਕੀ ਆ? ਘਟ ਗਈ ਆ। ਨੈਕਸਟ ਆ ਜਾਂਦਾ ਵੇਵੀਅਰ ਡਿਸਕਾਊਂਟ ਐਂਡ ਕੈਸ਼ਬੈਕ। ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਗੌਰਮੈਂਟ ਜਿਹੜੀ ਆਪਣੀ ਹੈ ਇੰਡੀਆ ਦੀ ਉਹ ਪ੍ਰਮੋਟ ਕਰ ਰਹੀ ਹੈ ਡਿਜੀਟਲਾਈਜੇਸ਼ਨ ਪੇਮੈਂਟ ਕਰਨ ਦੇ ਲਈ ਕਿ ਬਹੁਤ ਸਾਰੇ ਰਿਵਾਰਡ ਵੀ ਦਿੱਤੇ ਜਾ ਰਹੇ ਆ, ਠੀਕ ਹੈ, ਡਿਸਕਾਊਂਟ ਆਫਰਸ ਪ੍ਰੋਵਾਈਡ ਕੀਤੇ ਜਾ ਰਹੀਆਂ ਕਸਟਮਰ ਨੂੰ, ਜਾਂ ਫਿਰ ਹੋ ਜਾਂਦਾ ਜਿਹੜਾ ਕਿ ਪਹਿਲੀ ਵਾਰੀ ਡਿਜੀਟਲ ਪੇਮੈਂਟ ਜਾਂ ਪੇਟੀਐਮ ਐਪ ਯੂਜ਼ ਕਰਦਾ ਉਹਨੂੰ ਕੈਸ਼ਬੈਕ ਵੀ ਮਿਲਦਾ। ਸੋ ਇਹ ਕੀ ਹੋ ਗਿਆ? ਕੈਸ਼ਬੈਕ। ਕਸਟਮਰ ਕੀ ਹੋ ਰਿਹਾ? ਪ੍ਰਮੋਟ ਹੋ ਰਿਹਾ, ਨਿਊ ਪਰਸਨ ਪ੍ਰਮੋਟ ਹੋ ਰਿਹਾ ਕਿ ਅਸੀਂ ਵੀ ਇਹ ਐਪਸ ਨੂੰ ਯੂਜ਼ ਕਰੀਏ। ਜਦੋਂ ਇੱਕ ਟਾਈਮ ਤੇ ਪਰਸਨ ਯੂਜ਼ ਕਰਨ ਲੱਗ ਜਾਂਦਾ ਤੇ ਉਹਨੂੰ ਹੈਬਿਟ ਬਣ ਜਾਂਦੀ ਹੈ ਆਨਲਾਈਨ ਟ੍ਰਾਂਜੈਕਸ਼ਨਸ ਕਰਨ ਦੀ। ਸੋ ਇਹ ਕੀ ਹੋ ਗਿਆ? ਆਪਾਂ ਨੂੰ ਡਿਸਕਾਊਂਟ ਵੀ ਇਹਨਾਂ ਨੂੰ ਯੂਜ਼ ਕਰਨ ਦੇ ਮਿਲਦੇ ਪਏ ਤੇ ਅਲਟੀਮੇਟਲੀ ਕਿੰਦਾ ਬੈਨੀਫਿਟ ਆ? ਕਸਟਮਰ ਦਾ ਬੈਨੀਫਿਟ ਆ। ਜਿਸ ਟਾਈਮ ਤੇ ਉਹਨੂੰ ਕੀ ਹੈ? ਕੈਸ਼ਬੈਕ ਮਿਲ ਰਿਹਾ, ਡਿਸਕਾਊਂਟਸ ਮਿਲ ਰਿਹਾ, ਐਟਸੈਟਰਾ। ਅੱਗੇ ਆ ਜਾਂਦਾ ਡਿਜੀਟਲ ਰਿਕਾਰਡ ਆਫ ਟ੍ਰਾਂਜੈਕਸ਼ਨ। ਜਿਹੜੇ ਵੀ ਕਸਟਮਰ ਨੇ ਟ੍ਰਾਂਜੈਕਸ਼ਨਸ ਕੀਤੀਆਂ, ਚਾਹੇ ਉਹਨਾਂ ਦੀ ਅਮਾਊਂਟ ਜ਼ਿਆਦਾ ਸੀ ਜਾਂ ਫਿਰ ਉਹਨਾਂ ਦੀ ਅਮਾਊਂਟ ਘੱਟ ਸੀ, ਉਹ ਸਾਰੀਆਂ ਟ੍ਰਾਂਜੈਕਸ਼ਨਸ ਆਪਣੀਆਂ ਆਨਲਾਈਨ ਰਿਕਾਰਡ ਰਹਿੰਦੀਆਂ। ਸੋ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਪੈਂਦੀ ਕਿ ਉਹਦੀ ਟ੍ਰਾਂਜੈਕਸ਼ਨ ਜਿਹੜੀਆਂ ਕੀਤੀਆਂ ਵਾ ਉਹਨਾਂ ਦਾ ਡਾਟਾ ਉਹਨਾਂ ਨੂੰ ਮਿਲੇਗਾ ਜਾਂ ਨਹੀਂ ਮਿਲੇਗਾ, ਕਿਉਂਕਿ ਸਾਰੀਆਂ ਟ੍ਰਾਂਜੈਕਸ਼ਨਸ ਕੀ ਹੋ ਜਾਂਦੀਆਂ? ਰਿਕਾਰਡ ਹੋ ਜਾਂਦੀਆਂ। ਕਸਟਮਰ ਜਦੋਂ ਚਾਹੇ ਉਹ ਆਪਣੀਆਂ ਟ੍ਰਾਂਜੈਕਸ਼ਨਸ ਨੂੰ ਚੈੱਕ ਕਰ ਸਕਦਾ। ਨੈਕਸਟ ਆ ਜਾਂਦਾ ਵਨ ਸਟਾਪ ਸੋਲੂਸ਼ਨ ਫॉर ਪੇਇੰਗ ਦਾ ਬਿਲਸ। ਆਨਲਾਈਨ ਟ੍ਰਾਂਜੈਕਸ਼ਨਸ ਰਾਹੀਂ ਅਸੀਂ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਮੋਬਾਈਲ ਫੋਨ ਬਿੱਲ ਆ, ਇਲੈਕਟ੍ਰਿਸਿਟੀ ਬਿੱਲ ਆ, ਜਾਂ ਫਿਰ ਕਿਸੇ ਵੀ ਇੰਸ਼ੋਰੈਂਸ ਪ੍ਰੀਮੀਅਮ ਦੀ ਆਪਾਂ ਦੇਣੀ ਆ, ਠੀਕ ਹੈ ਨਾ, ਇੰਸ਼ੋਰੈਂਸ ਪ੍ਰੀਮੀਅਮ ਪੇ ਕਰਨਾ, ਇਹ ਸਾਰਾ ਕਿੰਦੇ ਰਾਹੀਂ ਹੋ ਰਿਹਾ ਵਾ? ਆਨਲਾਈਨ ਹੋ ਰਿਹਾ ਵਾ। ਸੋ ਇਹ ਕੀ ਹੋ ਗਿਆ? ਵਨ ਸਟਾਪ ਸੋਲੂਸ਼ਨ। ਸਾਰੇ ਇੱਕੋ ਸਟਾਪ ਤੇ ਸਾਨੂੰ ਸਾਰੀ ਤਰ੍ਹਾਂ ਦੇ ਸੋਲੂਸ਼ਨ ਮਿਲਦੇ ਪਏ ਆ। ਅਸੀਂ ਆਪਣੇ ਘਰ ਬੈਠ ਕੇ ਸਾਰੀਆਂ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ।
ਅੱਗੇ ਲਾਸਟ ਐਂਡ ਦਾ ਇੰਪੋਰਟੈਂਟ ਪੁਆਇੰਟ ਕੀ ਆ, ਹੈਲਪਸ ਕੀਪ ਬਲੈਕ ਮਨੀ ਅੰਡਰ ਕੰਟਰੋਲ। ਜਦੋਂ ਡਿਜੀਟਲ ਟ੍ਰਾਂਜੈਕਸ਼ਨਸ ਕੀਤੀਆਂ ਜਾਂਦੀਆਂ ਵਾ ਤਾਂ ਗੌਰਮੈਂਟ ਕੀ ਆਪਣਾ ਟਰੈਕ ਕਰ ਸਕਦੀ ਆ, ਸਾਰੀਆਂ ਟ੍ਰਾਂਜੈਕਸ਼ਨਸ ਨੂੰ ਟਰੈਕ ਕਰਦੀ ਆ, ਉਹਨਾਂ ਦਾ ਰਿਕਾਰਡ ਰੱਖਦੀ ਆ, ਤੇ ਇਹਦੇ ਨਾਲ ਜਿਹੜੀ ਬਲੈਕ ਮਨੀ ਆ ਉਹਨੂੰ ਰਿਮੂਵ ਕਰਨ ਦੇ ਵਿੱਚ ਹੈਲਪ ਮਿਲਦੀ ਆ। ਸੋ ਇਹਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਸੋਲਵ ਹੋ ਗਈਆਂ ਵਾ। ਆਪਾਂ ਨੂੰ ਡਿਜੀਟਲ ਪੇਮੈਂਟ ਮੈਥਡ ਯੂਜ਼ ਕਰਨ ਦੇ ਆਪਣਾ ਐਡਵਾਂਟੇਜ ਆ, ਨਾ ਹੀ ਕੋਈ ਡਿਸਐਡਵਾਂਟੇਜ ਆ। ਸੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਊਗੀ। ਥੈਂਕ ਯੂ।